बिस्मिल्लाहिर्रहमानिर्रहीम अस्सलाम वालेकुम नाज़रीन, तुसी वेख रहे हो शहीन ऑफ एशिया ते मैं हाँ तुहाडा मेज़बान शहबाज शहीन। इस वेले जी असी पंजाब पाकिस्तान ज़िला टोबा टेक सिंह तहसील पीर महल शोरकोट रोड शोरकोट कैंट के बिल्कुल नज़दीक आ पिंड है 331 गाहबे सलीमपुर। इत्थे मेरे नाल मौजूद ने जी पंजाब सकाफत के शाहकार ने भुंडी बैल ग्रुप जिहड़ा कि एक बैल दौड़ की दुनिया के विच एक मन्निया ते परमन्निया वड्डा नाम भुंडी बैल ग्रुप की संगत जनाब मियाँ बलाल साहब, मियाँ वसीम साहब, मियाँ नदीम साहब, मियाँ अदनान साहब, ये सारे वीरे अज इत्थे साडे नाल मौजूद ने जी। थोड़े रूबरू अपने विचार साझे करनगे। सो इस सिलसिले दे विच मेरे नाल गलबात करनगे मियाँ मुहम्मद बलाल साहब। सो इन्हां नाल असीं गलबात करदे आ शौक के मुतलक जी। अस्सलाम वालेकुम जी। वालेकुम सलाम। मियाँ बलाल साहब की हाल है जी? ठीक ठाक जी? हाँ जी, सब ठीक ठाक है। सर जी सब तो पहले जी थोड़ा बहुत ज़्यादा शुक्रिया कि तुसीं सानू टाइम दिता सोशल मीडिया टीम नू थोड़े विचार ਜਿਹੜੇ ਅਸੀਂ ਦੋਸਤਾਂ ਤੱਕ ਪਹੁੰਚਾਵਾਂਗੇ ਜੀ। हाँ जी, नहीं कोई गल नहीं जी भाईओ, ਤੁਸੀਂ ਭਰਾਵਾਂ ਨਾਲ ਰਲ ਮਿਲ ਕੇ ਸਾਰਾ ਸ਼ੌਕ ਹੈ ਜੀ ਇਹ ਤੇ ਬੜੀ ਅੱਛੀ ਗੱਲ ਆ ਤੁਸੀਂ ਸਾਡੇ ਕੋਲ ਆਏ, ਮੋਸਟ ਵੈਲਕਮ। ਥੈਂਕ ਯੂ ਜੀ। हाँ जी, ਮੀਆਂ ਸਾਹਿਬ ਤੁਹਾਡੀ ਫੈਮਿਲੀ ਦੇ ਵਿੱਚ ਯਾਨੀ ਭੁੰਡੀ ਬੈਲ ਗਰੁੱਪ ਦੀ ਬੈਕਗ੍ਰਾਉਂਡ ਕੀ ਆ, ਪਸੇ ਮੰਜ਼ਰ ਕੀ ਆ, ਇਸ ਫੈਮਿਲੀ ਦੇ ਵਿੱਚ ਸ਼ੌਕ ਕਿਦੋਂ ਤੋਂ ਆਇਆ ਤੇ ਕਿਹੜੇ ਬਜ਼ੁਰਗ ਇਸ ਫੈਮਿਲੀ ਦੇ ਕਿਹੜੇ ਮੈਂਬਰ ਲੈ ਕੇ ਆਏ ਜੀ ਇਸ ਫੈਮਿਲੀ ਵਿੱਚ ਸ਼ੌਕ ਜੀ? ਸਾਡਾ ਨਾ ਜਿਹੜਾ ਸ਼ੌਕ ਸੀ, ਸਾਡੇ ਬਜ਼ੁਰਗ ਸੀ, ਉਹਨਾਂ ਦਾ ਨਾਮ ਸੀਗਾ ਮੁਹੰਮਦ ਸਦੀਕ। ਅੱਛਾ ਜੀ। ਠੀਕ ਹੈ ਜੀ, ਇਹ ਉਹਨਾਂ ਦਾ ਜੱਦੀ ਪੁਸ਼ਤੀ ਸ਼ੌਕ ਹੈ ਜੀ। ਅੱਛਾ ਜੀ। ਹਾਂਜੀ, ਇਹ ਤਕਰੀਬਨ ਅਸੀਂ ਤਾਂ 30 ਸਾਲ ਤੋਂ ਸ਼ੌਕ ਕਰ ਰਹੇ ਉਹ। ਠੀਕ ਜੀ। ਪੁਰਾਣਾ ਸ਼ੌਕ ਹੈ ਜੀ ਇਹ ਮੁਹੰਮਦ ਸਦੀਕ ਸਾਹਿਬ ਮੁਹੰਮਦ ਜੀ। ਸਦੀਕ ਸਾਹਿਬ ਨੂੰ। ਅੱਛਾ ਜੀ। ਉਹਨਾਂ ਤੋਂ ਅੱਗੇ ਫਿਰ ਅਸੀਂ ਸਾਰੇ ਹੈ ਜੀ। ਅੱਛਾ ਜੀ। ਹਾਂਜੀ, ਆਪ ਉਹ ਖੁਦ ਫੌਤ ਹੋ ਗਿਆ, ਅੱਲਾਹ ਤਾਲਾ ਉਹਨਾਂ ਨੂੰ ਜੰਨਤ ਜਗ੍ਹਾ ਦੇਵੇ ਜੀ। ਅੱਛਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਸ਼ੌਕ ਕਰਦਿਆਂ ਤੁਸੀਂ ਆਪਣੇ ਹੋਸ਼ ਦੇ ਵਿੱਚ ਵੇਖਿਆ ਜੀ? ਹਾਂਜੀ ਹਾਂਜੀ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ ਬੈਲ ਨਾਮਵਰ ਸੀ ਤੁਹਾਡੀ ਫੈਮਿਲੀ 'ਚ ਜੀ? ਸਾਡਾ ਨਾਮਵਰ ਬੈਲ ਭੁੰਡੀ ਦੇ ਨਾਮ ਤੇ ਮਸ਼ਹੂਰ ਹੋਇਆ ਜੀ। ਜਿਸ ਨਾਮ ਤੋਂ ਸਾਡਾ ਗਰੁੱਪ ਵੀ ਬਣਿਆ ਨਾ, ਭੁੰਡੀ ਬੈਲ ਗਰੁੱਪ। ਅੱਛਾ ਜੀ। ਸਾਡਾ ਭੁੰਡੀ ਬੋਲ ਭਜਦਾ ਸੀ। ਸਭ ਤੋਂ ਪਹਿਲਾਂ ਕਿੱਥੋਂ ਦੀ ਗੱਲ ਆ ਜੀ ਇਹ ਜਿਹੜਾ ਨਾਮਵਰ ਬੈਲ ਹੋਇਆ ਤੁਹਾਡਾ? 2003 ਦੇ ਵਿੱਚ ਹੈ ਨਾ, ਜਿਹੜਾ ਸਾਡਾ ਭੁੰਡੀ ਬੈਲ ਆ ਉਹ ਪੂਰੇ ਅਰੂਜ ਤੇ ਭਜਦਾ ਸੀਗਾ ਜੀ। ਅੱਛਾ ਜੀ। ਉਹ ਕਿਸੇ ਤਾਰਫ ਦਾ ਮੁਹਤਾਜ ਨਹੀਂ ਸੀ ਭੁੰਡੀ ਬੋਲ। ਸਹੀ ਜੀ। ਹਾਂਜੀ, ਉਹਨੂੰ ਦੁਨੀਆ ਜਾਣਦੀ ਉਸ ਬੋਲਦ ਨੂੰ। ਅੱਛਾ ਜੀ। ਠੀਕ ਹੈ ਨਾ ਜੀ। ਇੱਕ ਉਹ ਬੈਲ ਸੀਗਾ ਭੁੰਡੀ ਬੈਲ ਜਿਸ ਨੇ 22 ਦੌੜਾਂ ਲਗਾਤਾਰ ਵਿਨ ਕੀਤੀਆਂ। ਭੁੰਡੀ ਬੋਲਦ ਨੇ ਤੇ ਕਰਾਮ ਵਾਲੇ ਬੋਲਦ ਨੇ। 517 ਦਾ ਚਾਚੇ ਕਰਾਮ ਵਾਲਾ ਬੋਲ ਭਜਦਾ ਸੀ ਨਾਲ। ਅੱਛਾ ਜੀ। ਇਹਨਾਂ ਬੋਲਦਾਂ ਨੇ 22 ਦੌੜਾਂ ਲਗਾਤਾਰ ਵਿਨ ਕੀਤੀਆਂ। ਇਕੱਠੀ ਜੋਗ ਹੁੰਦੀ ਸੀ ਉਹਦੇ ਨਾਲ ਮਿਲ ਕੇ। ਤੁਹਾਡਾ ਕਿਹੜੀ ਕਰਨੀ ਦਾ ਹੁੰਦਾ ਸੀ, ਉਹ ਕਿਹੜੇ ਪਾਸੇ ਦਾ ਹੁੰਦਾ ਸੀ ਜੀ? ਭੁੰਡੀ ਬੋਲਦ ਥੱਲੇ ਭਜਦਾ ਸੀਗਾ ਜੀ, ਕਰਾਮ ਵਾਲਾ ਬੋਲਦ ਉੱਪਰ ਭਜਦਾ ਸੀ। ਠੀਕ ਜੀ। ਭੁੰਡੀ ਭਜਦਾ ਦੋਨਾਂ ਪਾਸੇ ਸੀ, ਲੇਕਿਨ ਮੇਨ ਸਾਮੋ ਥੱਲੇ ਭਜਦਾ ਸੀਗਾ। ਅੱਛਾ, ਉਦੋਂ ਸਵਾਰੀ ਕੌਣ ਕਰਦੇ ਸੀਗੇ ਜੀ? ਸਾਡਾ ਸਵਾਰ ਹੁੰਦਾ ਸੀਗਾ ਜੀ ਉਸਤਾਦ ਜ਼ਾਹਦ 46 ਵਾਲਾ। ਅੱਛਾ, 2003 ਦੇ ਵਿੱਚ ਜੀ। ਸਾਡਾ ਸ਼ੁਰੂ ਤੋਂ ਪੱਕਾ ਸਵਾਰ ਉਹੀ ਹੁੰਦਾ ਸੀ ਸਾਡੇ ਬਜ਼ੁਰਗਾਂ ਦੇ ਦੌਰ ਦਾ ਜੀ। ਹਾਂਜੀ। ਅੱਛਾ ਜੀ। ਨਾਲ ਮਾਮਾ ਬਰਕਤੁੱਲਾ ਹੁੰਦਾ ਸੀ ਸ਼ੇਰੋਂ ਵਾਲਾ। ਠੀਕ ਜੋ ਕਿਹਾ ਜੀ। ਹਾਂਜੀ, ਲੇਕਿਨ ਇਹ ਸਾਡੀ ਜਿਹੜੀ ਜੋਗ ਆ ਮੇਨ ਇਹ ਭਜਾਉਂਦਾ ਜ਼ਾਹਦ ਸੀ, ਲੇਕਿਨ ਇਹਨਾਂ ਨੂੰ ਸਾਡੀ ਸ਼ੁਰੂਆਤ ਕਰਾਉਣ ਵਾਲਾ ਮਾਮਾ ਬਰਕਤੁੱਲਾ ਸੀ। ਅੱਛਾ ਜੀ। ਸਮਝ ਲਓ ਕਿ ਉਹਨੇ ਸਾਡੇ ਨਾਲ ਹਾਲੀ ਕਢਾਏ ਇਹ ਜਿਹੜੇ ਸਾਡੇ ਬੱਚੇ ਸੀ, ਇਹ ਦੋ ਸੀਗੇ। ਸਹੀ ਜੀ। ਭੁੰਡੀ ਬੋਲ ਸੀ ਤੇ ਨਾਲ ਹੀਰਾ ਸੀ। ਇਹ ਦੋਨੇ ਬੈਲ ਅਸੀਂ ਇਕੱਠੇ ਲੈ ਕੇ ਆਉਂਦੇ ਸੀ। ਠੀਕ ਜੀ। ਤੇ ਇਹਨਾਂ ਦੀ ਇਸਤਿਆਰੀ ਲਾਈ ਆ, ਲੇਕਿਨ ਜਿਹੜਾ ਹੀਰਾ ਬੈਲ ਉਸ ਗੱਲ ਤੇ ਨਹੀਂ ਗਿਆ। ਅੱਛਾ ਜੀ। ਇਹ ਭੁੰਡੀ ਬੈਲ ਸਾਡਾ ਰੂਈ ਤੇ ਆ ਗਿਆ। ਇਹ ਮੇਨ ਸਾਡਾ ਨਾ ਪਹਿਲਾਂ ਮਾਮਾ ਬਰਕਤੁੱਲਾ ਹੁੰਦਾ ਸੀ, ਇਹ ਫਰਾਈਆਂ ਲਾਉਣੀਆਂ ਸਾਰਾ ਕੁਝ ਕਰਨਾ ਉਹ ਬੰਦਾ ਹੁੰਦਾ ਸੀ। ਲੇਕਿਨ ਭਜਾਉਣ ਵਾਲਾ ਜਿਹੜਾ ਬਾਅਦ ਚ ਸਾਡਾ ਬੰਦਾ ਸੀ, ਜਦੋਂ ਕਰਾਮ ਵਾਲੇ ਬੋਲਦ ਨਾਲ ਭੱਜਣ ਲੱਗੇ ਆ, ਉਹ ਜ਼ਾਹਦ 46 ਵਾਲਾ। ਕਰਾਮ ਵਾਲੇ ਬੋਲਦ ਨਾਲ ਤੁਹਾਡੀ ਜੋਗ ਪਰਫੈਕਟ ਸੀ? ਤੁਸੀਂ ਦੱਸਦੇ ਵੀ ਮੈਦਾਨ ਲੂਜ਼ ਨਹੀਂ ਸੀ ਕਰਦੇ। ਉਹ ਕਿੰਨਾ ਕੁ ਚਿਰ ਰਹੀ ਸੰਗਤ ਜੀ? ਉਹ ਤਕਰੀਬਨ 2 ਤੋਂ 3 ਸਾਲ ਬੋਲਦੇ ਭੱਜੇ ਆ ਜੀ, ਇਕੱਠੇ ਭੱਜੇ। ਹਾਂਜੀ। ਤੇ ਕੁਝ ਉਹ ਟਾਈਮ ਵੀ ਆ ਗਿਆ ਸੀ 22 ਦੌੜਾਂ ਇਹਨਾਂ ਲਗਾਤਾਰ ਵਿਨ ਕੀਤੀਆਂ। ਅੱਛਾ ਜੀ। ਉਹ ਟਾਈਮ ਆ ਗਿਆ ਸੀ ਕਿ ਲੋਕ ਸ਼ਾਮ ਨੂੰ ਫਾਈਨਲ ਵੀ ਦੇਖਣੋਂ ਹਟ ਗਏ ਸੀ ਵੀ ਹੁਣ ਇਹਨਾਂ ਨੇ ਜਿੱਤਣਾ ਜੀ। ਇਹ ਕੰਡੀਸ਼ਨ ਹੋ ਸਕਦਾ ਕਿ ਬੋਲਦਾਰ ਦੌੜਾਂ 'ਚ ਅੱਜ ਤੱਕ ਨਾ ਆਈ ਹੋਵੇ, ਨਾ ਹੋ ਸਕਦਾ ਇਹ ਆਵੇ। ਠੀਕ ਜੀ। ਜੋ ਭੁੰਡੀ ਬੋਲਦ ਨੇ ਆਪਣਾ ਇੱਕ ਨਾਮ ਮਿਆਰ ਬਣਾਇਆ ਸੀ ਹੈ ਨਾ, ਠੀਕ ਹੈ ਨਾ ਜੀ। ਉਸ ਨਾਮ ਤੋਂ ਹੀ ਅੱਗੇ ਹੁਣ ਭੁੰਡੀ ਬੋਲ ਦੇ ਨਾਮ ਤੇ ਸਾਡਾ ਜਿਹੜਾ ਡੇਰਾ ਵਾ, ਸਾਡੀ ਸਾਰੀ ਜਿੰਨੀਆਂ ਵੀ ਗੱਲਾਂ ਬਾਤਾਂ ਇੱਕ ਭੁੰਡੀ ਦੇ ਨਾਮ ਤੋਂ ਵੀ ਮਸ਼ਹੂਰ ਹੋ ਗਿਆ। ਜਿਹੜਾ ਵੀ ਬੈਲ ਲਿਆਉਂਦੇ ਉਹਦਾ ਨਾਮ ਭੁੰਡੀ ਰੱਖਦੇ, ਉਹਦਾ ਨਾਮ ਭੁੰਡੀ ਹੈ ਜੀ। ਹੁਣ ਤੁਸੀਂ ਭੁੰਡੀ ਹੀ ਚੱਲ ਰਹੇ ਜੀ। ਡੇਰਾ ਹੀ ਭੁੰਡੀ ਵਾਲਿਆਂ ਦਾ ਵੱਜਦਾ ਜੀ। ਕਿਤੋਂ ਵੀ ਇਲਾਕੇ 'ਚ ਕਿਤੋਂ ਵੀ ਪੁੱਛ ਲਓਗੇ ਹੈ ਨਾ, ਕਿਸੇ ਬੰਦੇ ਨੇ ਵੀ ਆਉਣਾ ਭੁੰਡੀ ਵਾਲਿਆਂ ਡੇਰੇ ਤੇ ਜਾਣਾ, ਉਸ ਬੋਲ ਤੋਂ ਨਾ ਹੀ ਭੁੰਡੀ ਵਾਲਾ ਹੀ ਵੱਜਣ ਲੱਗ ਗਿਆ। ਅੱਛਾ ਜੀ। ਹਾਂਜੀ। ਅੱਛਾ, ਜਿਹੜੀ ਕਰਾਮ ਸਾਹਿਬ ਦੇ ਬੈਲ ਨਾਲ ਸੀ ਤੁਹਾਡੀ ਜੋਗ ਜੀ, ਹਾਂਜੀ, ਜਦੋਂ ਬਾਅਦ ਚ ਫਰਕ ਆਇਆ ਜੀ, ਤੁਹਾਡੇ ਬੈਲ ਦੀ ਪ੍ਰੋਗਰੈਸ ਘਟੀ ਜਾਂ ਉਸ ਬੈਲ ਦੀ ਪ੍ਰੋਗਰੈਸ ਘਟੀ ਜੀ? ਸਾਡੇ ਬੈਲ ਨੇ ਬਾਅਦ ਦੇ ਵਿੱਚ ਵੀ ਬਹੁਤ ਅੱਛੀ ਪ੍ਰੋਗਰੈਸ ਦਿੱਤੀ ਹੈ ਜੀ। ਥੋੜਾ ਜਿਹਾ ਉਹ ਵੀਕ ਹੋ ਗਿਆ ਸੀ ਜੀ, ਤੇ ਉਹ ਵੀ ਅੱਛਾ ਭਜਦਾ ਰਿਹਾ ਵਾ। ਲੇਕਿਨ ਅਸੀਂ ਆਪਣੇ ਇੱਕ ਮਿਆਰ ਚ ਬਾਅਦ ਚ ਵੀ ਬੋਲ ਲੱਗੇ ਹੈਗੇ ਆ। ਸਾਡਾ ਫਿਰ ਜਿਸ ਤਰ੍ਹਾਂ ਕੋਈ ਚੈਲੰਜ ਲਾ ਲਓ, ਪੀਰਮਲ ਦੌੜ ਹੋਈ ਸੀ। ਹਾਂਜੀ। ਅਕਰਾਮ ਵਾਲਾ ਬੋਲ, ਕਾਲੇ ਕੰਨਾਂ ਵਾਲਾ ਬੋਲ ਭੱਜਣ ਲੱਗਾ ਸੀ ਬੜਾ ਅੱਛਾ ਉਦੋਂ ਮਿਆਰ ਤੇ, ਉਹ ਉਹਦੇ ਨਾਲ ਸੀ। ਸਾਡੇ ਜਿਹੜਾ ਬੋਲ ਚੱਪੇ ਬੋਲ ਦੇ ਨਾਲ ਭੱਜਿਆ ਸੀ। ਅੱਛਾ ਜੀ। ਚੱਪਾ ਕਿਹਦਾ ਸੀਗਾ ਜੀ? ਇਹ ਬਾਬੇ ਖੁਸ਼ੀ ਦਾ ਅਵਾਮੀ ਵਾਲਾ। ਅੱਛਾ, ਅਵਾਮੀ ਵਾਲਿਆਂ ਦੇ।
ਅੱਜ ਖੁਸ਼ੀ ਪਹਿਲਵਾਨ ਦਾ। ਹਾਂਜੀ ਠੀਕ ਉਹਨਾਂ ਦਾ ਸੀਗਾ ਚੱਪਾ ਬੋਲ। ਅੱਛਾ ਜੀ। ਅਸੀਂ ਫਿਰ ਇੱਥੇ ਮੁਕਾਬਲੇ 'ਚ ਲੱਗੇ ਸੀ, ਪੀਰਮਲ ਭੁੰਡੀ ਬੋਲ ਨੇ ਵਿਨ ਕੀਤਾ ਸੀ ਔਰ ਦੌੜ ਨੂੰ ਹੀ ਫਿਰ ਵਿਨ ਕੀਤਾ। ਭੁੰਡੀ 2003 ਤੋਂ ਭੱਜਿਆ ਜੀ, ਕਿੰਨਾ ਸਾਲ ਭੱਜਦਾ ਰਿਹਾ ਜੀ ਉਹ ਬੋਲ? ਤਕਰੀਬਨ 5 ਸਾਲ ਬਹੁਤ ਅੱਛੇ ਭੱਜਿਆ ਜੀ। ਤੇ ਫਿਰ ਬਾਅਦ ਦੇ ਵਿੱਚ ਜੀ? ਹਾਂਜੀ ਉਸ ਤੋਂ ਬਾਅਦ ਫਿਰ ਬੋਲਦ ਨੂੰ ਥੋੜੀ ਇੱਕ ਪ੍ਰੋਬਲਮ ਬਣ ਗਈ ਸੀ। ਅਸੀਂ ਬੋਲਦ ਨੂੰ ਪਿੰਡੀ ਲੈ ਕੇ ਗਏ ਸੀ, ਇਸਲਾਮਾਬਾਦ ਪਿੰਡੀ, ਉੱਥੇ ਹੀ ਬੋਲ ਭੱਜਣ ਗਿਆ। ਉੱਥੇ ਦੇ ਰਾਜਿਆਂ ਦੇ ਮੇਲੇ ਹੁੰਦੇ ਆ ਜੀ, ਪਿੰਡੀ ਮੇਲੇ ਹੁੰਦੇ ਭੁੰਡੀ, ਉੱਥੇ ਵੀ ਭੱਜ ਕੇ ਆਇਆ। ਅੱਛਾ ਜੀ। ਹਾਂਜੀ ਉਸ ਤੋਂ ਬਾਅਦ ਅਸੀਂ ਭੱਜੇ ਸੀ ਮੱਖਣ ਸ਼ਾਹ ਦਾ ਮੇਲਾ ਆਣ ਕੇ। ਅੱਛਾ ਜੀ। ਅਸਾਈਆਂ ਵਾਲੇ ਬੋਲਦ ਨਾਲ ਭੱਜੇ ਸੀ। ਖੁਸ਼ਪੁਰ ਦਾ ਜੀ? ਹਾਂਜੀ ਖੁਸ਼ਪੁਰ ਦਾ। ਅੱਛਾ ਜੀ। ਉਹਦੇ ਨਾਲ ਦੌੜ ਤੇ ਬੋਲਦ ਨੂੰ ਨਾ ਥੋੜੀ ਜਿਹੀ ਫਾਰਾੜੀ ਜਗ੍ਹਾ ਤੇ ਨਾ ਹਲਕੀ ਜੀ ਪ੍ਰੋਬਲਮ ਆ ਗਈ ਸੀ ਉਹਦੀ ਛੱਲੀ ਨੂੰ। ਅੱਛਾ ਜੀ। ਅਸੀਂ ਉਹਦੀ ਬੜੀ ਟ੍ਰੀਟਮੈਂਟ ਕੀਤੀ ਆ, ਬੜਾ ਕੁਝ ਕੀਤਾ, ਲੇਕਿਨ ਬਾਅਦ ਚ ਉਸ ਮਿਆਰ ਤੇ ਨਹੀਂ ਗਿਆ, ਉਮਰੋਂ ਵੀ ਜ਼ਿਆਦਾ ਹੋ ਗਿਆ ਸੀ। ਜਿਹੜੀ ਮੇਨ ਗੱਲ ਸੀ ਨਾ ਆਪਣਾ ਉਮਰ ਦਾ ਇੱਕ ਰੂਜ ਹੁੰਦਾ ਜਾਨਵਰ ਦਾ, 2-3 ਸਾਲ ਭੱਜਣਾ, ਉਹ ਭੱਜ ਗਿਆ ਸੀ, ਉਹਨੇ ਸਾਨੂੰ ਦਿਖਾ ਦਿੱਤੇ ਸੀ। ਸਹੀ ਜੀ। ਹਾਂਜੀ। ਫਿਰ ਉਸ ਭੁੰਡੀ ਤੋਂ ਬਾਅਦ ਦੁਬਾਰਾ ਤੁਹਾਡੇ ਕਿੱਲੇ ਤੇ ਉਸ ਮਿਆਰ ਦਾ ਬੈਲ ਕਿੰਨੇ ਚਿਰ ਬਾਅਦ ਆਇਆ ਜੀ? ਕਿੰਨਾ ਵਕਫਾ ਤੁਸੀਂ ਰਹੇ ਜੀ ਆਪਣਾ ਪਿਛਲੇ ਨੰਬਰਾਂ 'ਚ? ਭੁੰਡੀ ਬੋਲ ਤੋਂ ਬਾਅਦ ਨਾ ਅਸੀਂ ਫਿਰ ਤਕਰੀਬਨ ਕੋਈ 6 ਮਹੀਨਿਆਂ ਦੇ ਰਾਉਂਡ ਬਾਊਟ ਲਾ ਲਓ ਨਾ ਜਾ ਕੇ। ਅੱਛਾ ਜੀ। ਸਾਡੇ ਕੋਲ ਆਇਆ ਜੋਧਾਂ ਵਾਲਾ ਬੋਲ। ਜੋਧਾਂ ਵਾਲਾ ਚੀਨਾ ਜੀ? ਜੋਧਾਂ ਵਾਲਾ ਚੀਨਾ ਨਾ ਜਿਹੜਾ ਜੀ, ਅਸੀਂ ਉਹ ਲੈ ਕੇ ਆਂਤਾ ਫਿਰ ਬੈਲ। ਅੱਛਾ ਉਹ ਤੁਹਾਡੇ ਕੋਲ ਆਇਆ ਜੀ? ਹਾਂਜੀ ਉਹ ਸਾਡੇ ਕੋਲ ਆਇਆ ਜੀ। ਉਹ ਹਾਂਜੀ ਵਿੱਚ ਪਾਰਟਨਰਸ਼ਿਪ ਸਾਡਾ ਸੀਗਾ ਉਹ, ਕਿਉਂਕਿ ਅਸੀਂ ਉਸ ਸ਼ੌਕ ਤੋਂ ਬਾਅਦ ਨਾ ਅਸੀਂ ਆਪਸ 'ਚ ਇੱਕ ਕੋ ਸਲਾਹ ਮਸ਼ਵਰਾ ਕੀਤਾ ਬੈਲ ਲੈਣ ਵਾਸਤੇ। ਅੱਛਾ ਜੀ। ਅਸੀਂ ਰਾਤ ਦੇ ਅੰਦਾਜ਼ਨ ਕੋ ਟਾਈਮ ਹੋਏਗਾ ਕੋ 11-12 ਵਜੇ ਦਾ। ਅੱਛਾ ਜੀ। ਤੇ ਅਸੀਂ ਟੱਚ ਮਾਰਿਆ ਆਪਣੇ ਉਹਨਾਂ ਨੂੰ ਜੋਧਾਂ ਵਾਲੇ ਬੋਲਦ ਨੂੰ। ਉਹ ਇਦੋਂ ਜਿਹੜੀ ਆਪਣੇ ਤੀਸਰੇ ਦਿਨ ਬੜੀ ਦੌੜ ਹੁੰਦੀ ਹੈ ਨਾ, ਇੱਥੇ ਉਹ ਵੱਛਾ ਭੱਜ ਗਿਆ ਸੀ ਜੋਧਾਂ ਵਾਲਾ। ਇੱਥੇ ਤੁਹਾਡੇ ਇਲਾਕੇ 'ਚ ਹੁੰਦੀ ਜੀ? ਹਾਂਜੀ 50 ਦੇ ਵਿੱਚ। ਅੱਛਾ ਜੀ। ਹਾਂਜੀ ਉਹ ਇੱਥੇ ਆਇਆ ਸੀ ਤੀਸਰੇ ਨੰਬਰ ਤੇ ਸ਼ਾਮ ਨੂੰ। ਲੇਕਿਨ ਅਸੀਂ ਇਹ ਕੋ ਦੇਖਿਆ, ਉਹਦੀ ਦੌੜ ਦੇਖੀ, ਸਾਨੂੰ ਉਹ ਅੱਛਾ ਲੱਗਾ। ਠੀਕ ਜੀ। ਸਾਡੇ ਕੋ ਸ਼ੌਕ ਦੇ ਮੁਤਲਕ ਅਸੀਂ ਕਿਹਾ ਸਾਨੂੰ ਪਹੁੰਚਾਉਣ ਵਾਲਾ, ਜਿਸ ਤਰ੍ਹਾਂ ਅਸੀਂ ਭੁੰਡੀ ਵਾਲਾ ਰੂਜ ਦੇਖਿਆ ਨਾ, ਇਹ ਜੋਧਾਂ ਵਾਲਾ ਵੀ ਸਾਨੂੰ ਇਸ ਰੂਜ ਤੇ ਲਿਜਾਣ ਵਾਲਾ ਸੀਗਾ। ਅੱਛਾ ਜੀ। ਅਸੀਂ ਫਿਰ ਉਹਨੂੰ ਲੈ ਉਦੋਂ ਇੱਕ ਸਿਰਫ ਉਹਨੇ ਤੀਸਰੇ ਨੰਬਰ ਵਾਲਾ ਨਾ ਆਣ ਕੇ ਇੱਥੇ ਆਵਾਮ ਦੀ ਲਿਮਟ 'ਚ ਨਹੀਂ ਸੀ ਹਰੇ ਉਹ, ਲੇਕਿਨ ਇੱਕ ਸਾਡਾ ਸ਼ੌਕ ਸੀ, ਅਸੀਂ ਸਮਝੇ ਸੀ ਇਸ ਉਹਦੀ ਦੌੜ ਨੂੰ ਉਹ ਰੂਜ ਤੇ ਪਹੁੰਚੇਗਾ। ਤੁਸੀਂ ਪਰਖ ਕਰ ਲਈ ਸੀ ਉਹਦੀ ਵੀ ਤੀਸਰਾ ਨੰਬਰ ਆਇਆ, ਕੋਈ ਨਹੀਂ ਪਹਿਲੇ ਵਾਲਾ ਹੈਗਾ, ਪਹਿਲੇ ਵਾਲਾ ਵੀ ਹੋਏਗਾ ਇਨਸ਼ਾਅੱਲਾ। ਸਹੀ ਜੀ। ਅਸੀਂ ਫਿਰ ਉਹਨਾਂ ਨੂੰ ਰਾਬਤਾ ਕੀਤਾ, ਉਹਨਾਂ ਨੇ ਕਿਹਾ ਜੀ ਸਾਡਾ ਹਾਜੀ ਮਨੀਰ ਸਾਡੇ ਨਾਲ 50,000 ਰੁਪਈਆ ਨਾਲ ਉਹਦਾ ਬਿਆਨਾ ਦੇ ਗਿਆ। ਅੱਛਾ ਜੀ। ਸਾਡਾ ਸੌਦਾ ਹੋ ਗਿਆ। ਠੀਕ ਜੀ। ਅਸੀਂ ਹਾਜੀ ਮਨੀਰ ਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰਕੇ ਇਹ ਬੈਲ ਆ ਨਾ ਸਾਨੂੰ ਦੇ ਦੇ। ਅੱਛਾ ਜੀ। ਅਸੀਂ ਇਹ ਭਿਉਣਾ ਚਾਹੁੰਦੇ ਆ, ਸਾਨੂੰ ਇਹ ਤੂੰ ਦੇ ਦੇ। ਉਹਨੇ ਕਹਿੰਦੇ ਮੇਰਾ ਵੀ ਇਹ ਸ਼ੌਕ ਆ। ਸਹੀ ਜੀ। ਤੇ ਉਸ ਟਾਈਮ ਦੇ ਵਿੱਚ ਸਿਰਫ ਨਾ ਸਾਨੂੰ ਜਿਹੜਾ ਕਿ ਜੋਧਾਂ ਵਾਲਾ ਵਿਹੜਾ ਹੀ ਦਿਖਿਆ ਸੀ ਕਿ ਉਸ ਅਰੂਜ ਤੇ ਜਾਣ ਵਾਲਾ। ਅੱਛਾ ਜੀ। ਹੋਰ ਸਾਨੂੰ ਕੋਈ ਦਿਖ ਨਹੀਂ ਰਿਹਾ ਸੀ। ਸਹੀ ਜੀ। ਉਸ ਤੋਂ ਅਸੀਂ ਫਿਰ ਜਿਹੜਾ ਹੈਗਾ ਨਾ ਹਾਜੀ ਮਨੀਰ ਕਹਿੰਦਾ ਭਿਉਣਾ, ਅਸੀਂ ਕਿਹਾ ਚਲੋ ਠੀਕ ਆ, ਆਪਾਂ ਫਿਰ ਭਾਈ ਵਾਲੀ ਤੇ ਹਿੱਸੇ ਤੇ ਭਿਆ ਲੈਂਦੇ ਆ। ਠੀਕ ਜੀ। ਅਸੀਂ ਫਿਰ ਹਾਜੀ ਮਨੀਰ ਦੇ ਨਾਲ ਬੋਲ ਦਾ ਹਿੱਸਾ ਰੱਖ ਲਿਆ। ਅੱਛਾ ਤੁਸੀਂ ਜੋਧਾਂ ਵਾਲਿਆਂ ਕੋਲੋਂ ਕਿੰਨੇ ਦਾ ਲਿਆ ਸੀ ਜੀ? ਉਹ ਜੋਧਾਂ ਵਾਲਿਆਂ ਕੋਲ ਬੋਲ ਦਾ ਆਇਆ ਸੀਗਾ 6 ਲੱਖ ਰੁਪਏ ਦਾ। ਸਹੀ ਜੀ। ਫਿਰ 6 ਲੱਖ ਦਾ ਹਿੱਸਾ ਬਣਿਆ ਤੁਹਾਡਾ? 6 ਲੱਖ ਰੁਪਏ ਦਾ ਨਾ ਸਾਡਾ ਇਹ 'ਚ ਹਾਜੀ ਮਨੀਰ ਨਾਲ ਅਸੀਂ ਭਾਈਵਾਲ ਬਣ ਗਏ ਜੀ, ਬੋਲ ਸਾਡੇ ਕੋਲ ਆ ਗਿਆ ਉਹ। ਅੱਛਾ ਜੀ। ਅਸੀਂ ਉਹਦੀ ਅੱਲਾ ਕੀਤੇ ਬੜੀ ਸੇਵਾ ਕੀਤੀ। ਸਟਾਰਟਿੰਗ ਦੇ ਵਿੱਚੋਂ ਹੀ ਅਸੀਂ ਉਹਨੂੰ ਪਹਿਲੀ ਦੌੜ ਹੀ ਦੜਾਇਆ। ਪੀਰਮਲ ਸੀ, ਬਹੁਤ ਬੜਾ ਮੇਲਾ ਸੀ, ਦੌੜ ਸੀ। ਅੱਛਾ ਜੀ। ਸ਼ੋਲਾ ਬੋਲ ਦੇ ਭਾਈ ਦਾ ਸੀ ਉਸ ਟਾਈਮ। ਅੱਛਾ ਠੀਕ ਜੀ। ਅਸੀਂ ਉਹ ਜੋਧਾਂ ਵਾਲਾ ਬੱਚਾ ਫਿਰ ਅਸੀਂ ਸ਼ੋਲੇ ਦੇ ਨਾਲ ਭਜਾਇਆ ਜੀ। ਠੀਕ ਜੀ। ਅਸੀਂ ਫਿਰ ਪਹਿਲਾ ਕੱਪ ਇੱਥੇ ਚੁੱਕਿਆ ਬੜੇ ਅੱਛੇ ਤਰੀਕੇ ਨਾਲ। ਜਦੋਂ ਸਭ ਤੋਂ ਪਹਿਲੀ ਵਾਰੀ ਤੁਸੀਂ ਭਜਾਇਆ ਘਰ ਲਿਆ ਕੇ ਜੋਧਾਂ ਵਾਲਾ ਚੀਨਾ ਸ਼ੋਲੇ ਦੇ ਨਾਲ ਭਜਾਇਆ ਜੀ। ਅੱਛਾ ਕਿਹੜੇ ਸਵਾਰ ਨੇ ਭਜਾਇਆ ਸੀ ਜੀ? ਉਹ ਸਾਡਾ ਭਜਾਇਆ ਸੀਗਾ ਸ਼ਾਹਦੀਨਦਾਰ ਨੇ। ਅੱਛਾ ਜੀ। ਹਾਂਜੀ। ਤੇ ਪਹਿਲੇ ਨੰਬਰ 'ਚ ਲੱਗਿਆ ਜੀ? ਪਹਿਲੇ ਨੰਬਰ ਤੇ ਆਏ ਸੀ ਜੀ। ਤੇ ਫਿਰ ਤੁਸੀਂ ਮੁਤਮਿਨ ਹੋਏ ਜੀ ਵੀ? ਫਿਰ ਅਸੀਂ ਉਹ ਤੋਂ ਸਹੀ ਫੈਸਲਾ ਲਿਆ। ਫਿਰ ਅਸੀਂ ਉਹ ਤੋਂ ਮੁਤਮਿਨ ਬੜਾ ਹੋ ਗਏ ਜੀ। ਅੱਛਾ ਜੀ। ਫਿਰ ਮਿਹਨਤ ਹੋਰ ਜ਼ਿਆਦਾ ਕਰਤੀ ਉੱਤੇ? ਬਹੁਤ ਜ਼ਿਆਦਾ ਮਿਹਨਤ ਕਰ ਦਿੱਤੀ ਜੀ, ਬਹੁਤ ਉਹਦੀ ਸੇਵਾ ਸੀ ਬੋਲ ਦੀ। ਅੱਛਾ ਜੀ। ਹਾਂਜੀ। ਲੋਕ ਖੁਰਾਕਾਂ ਦੀਆਂ ਜਾਂ ਸੰਭਾਲ ਦੀਆਂ ਗੱਲਾਂ ਬਾਤਾਂ ਤੇ ਕਰਦੇ ਆ। ਹਾਂਜੀ। ਜਿੰਨੀ ਕੁ ਉਸ ਬੋਲ ਦੀ ਅਸੀਂ ਸੰਭਾਲ ਕੀਤੀ ਹੈ ਨਾ, ਸੇਵਾ ਕੀਤੀ ਆ। ਹਾਂਜੀ। ਜੋਧਾਂ ਵਾਲੇ ਬੋਲ ਦੀ ਹੋ ਸਕਦਾ ਹਰੇ ਤੱਕ ਨਾ ਭੁੰਡੀ ਤੋਂ ਲੈ ਕੇ ਹੁਣ ਤੱਕ ਉਸ ਬੋਲ ਦੀ ਬਹੁਤ ਜ਼ਿਆਦਾ ਸੇਵਾ ਜੋਧਾਂ ਵਾਲੇ ਬੋਲ ਦੀ। ਭਾਜੀ ਕੀ ਸੀ ਸੇਵਾ ਕੀਤੀ? ਉਹ ਮਾਲਕ ਜੋਧਾਂ ਨੇ ਦੱਸਿਆ ਸੀ ਸੇਬ ਪਾਉਂਦੇ ਸੀਗੇ, ਤੁਸੀਂ ਕੀ ਕਰਦੇ ਸੀ ਉਹਨੂੰ ਜੀ? ਅਸੀਂ ਵੀ ਉਹਦੀ ਬੋਲ ਦੀ ਜਿਹੜੀ ਸੇਵਾ ਸੀਗੀ ਹੈ ਨਾ, ਕਿ ਸੇਬ ਸਮਝ ਲਓ ਕਿ ਥੈਲਿਆਂ ਦੇ ਹਿਸਾਬ ਨਾਲ ਥੈਲਾ ਹੀ ਆਉਂਦਾ ਸੀ ਜੀ ਉਹਦਾ, ਜਿੰਨੇ ਦਿਲ ਕਰੇ ਉਹ ਖਾ ਲਵੇ। ਅੱਛਾ ਜੀ। ਉਸ ਤੋਂ ਬਾਅਦ ਸਾਨੂੰ ਪਤਾ ਸੀ ਵੀ ਉਹ ਵੀ ਸੇਬ ਪਾਉਂਦੇ ਆ, ਫਿਰ ਤੁਸੀਂ ਵੀ ਅੱਗੇ ਸੇਬਾਂ ਦੇ ਕੰਮ ਰੱਖਿਆ ਜੀ? ਅਸੀਂ ਵੀ ਉਹਨੂੰ ਸੇਬ ਪਾਏ ਆ। ਅੱਛਾ ਜੀ। ਉਹਨੂੰ ਸਵੇਰ ਉਹਨਾਂ ਨੇ ਹਾਰ ਜਿਹੜਾ ਵੈਸੇ ਉਹਨੂੰ ਮੁਰੱਬਾ ਦੇਣਾ ਜੀ। ਅੱਛਾ ਜੀ। ਉਸ ਤੋਂ ਬਾਅਦ ਉਹਨੂੰ ਸੇਬ ਦੇਣੇ, ਜਿਹਦਾ ਪੱਠੀਆਂ ਤਰ੍ਹਾਂ ਉਹਨਾਂ ਦੇ ਮੂਹਰੇ ਸਿੱਟ ਦੇਣੇ, ਜਿੰਨੇ ਦਿਲ ਕਰਦਾ ਖਾਈ ਜਾਵੇ। ਬਿਲਕੁਲ ਜੀ। ਜੇ ਨਾ ਵੀ ਖਾਣੇ ਹੱਥਾਂ ਨਾਲ ਵੀ ਉਹਨੂੰ ਖਿਲਾਉਣੇ ਜੀ, ਉਹ ਤੇ ਸ਼ੌਕ ਬੜਾ ਸਾਡਾ ਬਣ ਗਿਆ। ਅੱਛਾ ਜੀ। ਉਸ ਤੋਂ ਬਾਅਦ ਉਹ ਥੋੜਾ ਖੁਰਾਕ ਘੱਟ ਖਾਂਦਾ ਸੀ, ਜਿਹੜਾ ਜੋਧਾਂ ਦਾ ਬੋਲ ਸੀ ਹੈ ਨਾ, ਜਿਸ ਤਰ੍ਹਾਂ ਪੱਠੇ ਹੋ ਗਏ, ਚੀਜ਼ ਹੋ ਗਏ, ਥੋੜਾ ਘੱਟ ਖਾਂਦਾ ਸੀ, ਬੜਾ ਉਹਨੂੰ ਹਿਸਾਬ 'ਚ ਰੱਖਣਾ ਪੈਂਦਾ ਸਾਨੂੰ। ਸਹੀ ਜੀ। ਸੈਂਸਿਟਿਵ ਸੀਗਾ ਜੀ ਖਾਣ ਪੀਣ ਦੇ ਮਾਮਲੇ 'ਚ? ਹਾਂਜੀ। ਤੇ ਅਸੀਂ ਉਹਦਾ ਦੇਖ ਲਓ ਕਿ ਇੱਕ ਬੰਦਾ ਸਾਡੇ ਕੋਲ ਹੁੰਦਾ ਸੀ, ਉਹਦੀ ਸਪੈਸ਼ਲ ਡਿਊਟੀ ਇਹੀ ਹੁੰਦੀ ਸੀ ਕਿ ਉਹਨੇ ਤਿੜਾਂ ਦਾ ਘਾਹ ਅੰਦਰੋਂ ਬਾਹਰੋਂ ਪੱਟ ਕੇ ਲੈ ਕੇ ਆਉਣਾ ਤੇ ਉਸ ਬੋਲਦ ਨੂੰ ਉਹਨੇ ਉਹਨੂੰ ਖਿਲਾਉਣਾ। ਠੀਕ ਜੀ। ਹਾਂਜੀ। ਉਹਦੀ ਬੜੀ ਸੇਵਾ ਹੁੰਦੀ ਸੀ, ਉਸ ਬੋਲਦ ਨੇ ਵੀ ਬੜਾ ਰੋਜ਼ ਕਮਾਇਆ ਜੀ। ਤੁਹਾਡੇ ਕੋਲ ਕਿੰਨਾ ਚਿਰ ਭੱਜਿਆ ਜੋਧਾਂ ਲਾ ਕੇ ਜੀ? ਸਾਡੇ ਕੋਲ ਤਕਰੀਬਨ ਕੋ ਸਾਲ 1.5 ਸਾਲ ਬੋਲਦ ਭੱਜਿਆ, ਸਾਲ ਕਿਤੇ ਰਾਉਂਡ ਬਾਊਟ। ਫਿਰ ਸਾਡਾ ਥੋੜਾ ਜਿਹਾ
ਮਸਲਾ ਮਸਾਇਲ ਬਣ ਗਿਆ ਹਾਜੀ ਮਨੀਰ ਦੇ ਨਾਲ। ਅੱਛਾ ਜੀ। ਤੇ ਫਿਰ ਉਸ ਬੋਲ ਚੋਂ ਹਿੱਸਾ ਨਿਕਲ ਗਿਆ ਸੀ ਤੇ ਸਾਡੇ ਕੋਲ ਉਦੋਂ ਬੱਚਾ ਸੀਗਾ ਖੀਰਾ। ਅੱਛਾ ਜੀ। ਜਿਹੜਾ ਘਰ ਦਾ ਸੀਗਾ ਮੁੱਲ ਲਿਆ ਸੀ ਉਹ ਤੁਸੀਂ? ਅਸੀਂ ਛੋਟਾ ਜਿਹਾ ਸੀ ਮੁੱਲ ਹੀ ਲਿਆ ਸੀਗਾ। ਅੱਛਾ ਜੀ। 20000 ਰੁਪਏ ਦਾ ਲਿਆ ਸੀ ਅਸੀਂ, ਛੋਟਾ ਜਿਹਾ ਸੀਗਾ ਨਾ ਉਹ। ਠੀਕ ਜੀ। ਉਹਦੇ ਪਿੱਛੇ ਅਸੀਂ ਤਿਆਰੀ ਵਿੱਚ ਹਰੇ ਲਾਉਣਾ ਸ਼ੁਰੂ ਕਰ ਰਹੇ ਸੀਗੇ ਤੇ ਉਹ ਅੱਲਾ ਖੈਰ ਕਰੇ ਅਸੀਂ ਦੋਨ ਦਾ ਇੱਕ ਦੰਦ ਸਿੱਟਿਆ ਸੀ ਉਹਨੇ। ਅੱਛਾ ਜੀ। ਇਸ ਬੋਲ ਦਾ ਫਿਰ ਅਸੀਂ ਜਿਹੜਾ ਸਾਡਾ ਹਿੱਸਾ ਪੈ ਗਿਆ ਜੋਧਾਂ ਵਾਲੇ ਬੋਲ ਦਾ। ਇਹ ਫਰਕ ਹੋ ਗਿਆ ਨਾ ਬੰਦੇ ਵਿੱਚ ਕੋ ਹੁੰਦੇ ਤੁਹਾਨੂੰ ਪਤਾ ਕਿ ਕੁਝ ਲੈਣ ਦੇ ਕੁਝ ਸ਼ੈਤਾਨ ਬੰਦੇ ਵੀ ਹੁੰਦੇ ਆ। ਅੱਛਾ ਜੀ। ਠੀਕ ਆ ਨਾ। ਉਹ ਬੋਲ ਜਿੱਤਦਾ ਸੀ, ਕਈਆਂ ਬੰਦਿਆਂ ਨੂੰ ਸਾਡੇ ਕਿਲੇ ਤੋਂ ਮਿਲਦਾ ਨਹੀਂ ਸੀ ਉਹ। ਅੱਛਾ ਜੀ। ਸਾਨੂੰ ਪਤਾ ਕਿ ਦੌੜ ਦੇ ਵਿੱਚ ਇਹ ਸਾਡਾ ਇੱਕ ਸ਼ੁਰੂ ਤੋਂ ਅਸੂਲ ਰਿਹਾ ਭੁੰਡੀ ਆੜਿਆਂ ਦਾ ਕਿ ਚੰਗੇ ਜੋੜ ਦੇ ਨਾਲ ਹੀ ਲੱਗਣਾ ਤੇ ਫਾਈਨਲ ਤਰ੍ਹਾਂ ਹੀ ਪਹਿਲਾਂ ਹੀ ਭੱਜ ਕੇ ਆਉਣਾ। ਸ਼ੁਰੂ ਤੋਂ ਸਾਡਾ ਇੱਕ ਅਸੂਲ ਹੁੰਦਾ ਸੀ। ਸਹੀ ਜੀ। ਇਹ ਨਹੀਂ ਕਿ ਬਚ ਕੇ ਭੱਜਣਾ ਸ਼ਾਮ ਨੂੰ ਫਾਈਨਲ ਦੇਖਾਂਗੇ। ਅੱਛਾ ਜੀ। ਸਾਡਾ ਸ਼ੁਰੂ ਤੋਂ ਇੱਕ ਅਸੂਲ ਆ ਸੀ ਅਗਰ ਰੌਣ ਦੇ ਵਿੱਚ ਸਭ ਤੋਂ ਵੱਡੀ ਮੇਨ ਗੱਡੀ ਨਾਲ ਹੀ ਲੱਗਣਾ ਹੁੰਦਾ ਸੀ, ਅਸੀਂ ਹਾਰ ਜਾਈਏ ਜਾਂ ਜਿੱਤ ਜਾਈਏ। ਠੀਕ ਜੀ। ਇਹ ਸੋਚਦਾ ਜਾਣਾ ਹੁੰਦਾ ਸੀ ਇਹਨੂੰ ਜਿੱਤ ਲਾਂਗੇ ਤੇ ਸ਼ਾਮ ਨੂੰ ਵੀ ਜਿੱਤ ਲਾਂਗੇ, ਸਹੀ ਹੋ ਗਿਆ। ਜਿਹੜਾ ਸ਼ਾਮ ਤੱਕ ਬੈਠੇ ਰਹਿਣਾ। ਠੀਕ ਜੀ। ਤੁਹਾਨੂੰ ਪਤਾ ਫਿਰ ਇਹ ਸ਼ੌਕ ਹੀ ਥੋੜਾ ਇਸ ਤਰ੍ਹਾਂ ਹੈਗਾ ਵਾ। ਅੱਛਾ ਜੀ। ਥੋੜੀ ਲੱਗਬਾਜ਼ੀ, ਕੋਈ ਬੰਦਿਆਂ ਨਾਲ ਗੱਲਾਂ ਬਾਤਾਂ, ਕੁਝ ਬੰਦਿਆਂ ਨੂੰ ਅਗਲੇ ਬੰਦਿਆਂ ਜਿੱਤ ਵੀ ਬਰਦਾਸ਼ਤ ਨਹੀਂ ਹੁੰਦੀ ਹੈਗੀ। ਤੇ ਫਿਰ ਕੁਝ ਦੋਸਤਾਂ ਨੇ ਵਿੱਚ ਤੁਹਾਡੇ ਦਰਾੜ ਪਾ ਕੇ ਅਲੱਗਾ ਕਰਤਾ ਹਾਜੀ ਮਨੀਰ ਨਾਲ ਕੋਈ ਸਾਡਾ ਨਾ ਦਰਾੜ ਪਵਾਤਾ ਇਸ ਗੱਲ ਦਾ। ਅੱਛਾ ਜੀ। ਤੇ ਉਹ ਫਿਰ ਭਾਈ ਹੁਣੀ ਸਾਡੇ ਆਏ ਸੀ ਯੂਕੇ ਚ ਹੁੰਦੇ ਉਹ ਵੀ। ਸਹੀ ਜੀ। ਇਮਰਾਨ ਭਾਈ? ਹਾਂਜੀ ਇਮਰਾਨ ਯੂਕੇ ਜੀ। ਹਾਂਜੀ। ਉਹ ਵੀ ਇੱਥੇ ਆਏ ਹੋਏ ਸੀਗੇ ਤੇ ਉਹ ਫਿਰ ਬੰਦਿਆਂ ਨਾਲ ਕਾਫੀ ਇਹਨਾਂ ਚਪਤਲਸ ਹੋਣ ਲੱਗੀ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕੋਈ ਲੜਾਈ ਝਗੜਾ ਜਾਂ ਕੋਈ ਗੱਲਬਾਤ। ਅਸੀਂ ਉਹ ਪਿਆਰ ਮੁਹੱਬਤ ਨਾਲ ਬਹਿ ਕੇ ਬੰਦਿਆਂ 'ਚ ਆਪਣਾ ਇੱਕ ਸੈਟਅਪ ਬਣਾ ਕੇ ਨਾ ਉਹ ਅਸੀਂ ਬੋਲ ਨੂੰ ਦੇਤਾ ਔਰ ਅਸੀਂ ਇਸ ਉਮੀਦ 'ਚ ਸੀਗੇ ਕਿ ਸਾਡੇ ਕੋਲ ਬੱਚਾ ਖੜਾ ਇਨਸ਼ਾਅੱਲਾ ਅਸੀਂ ਇਹਨੂੰ ਵੀ ਜੋਧਾਂ ਦਾ ਭੁੰਡੀ ਬਣਾ ਦੇਣਾ। ਸਹੀ ਜੀ। ਇੱਕ ਸ਼ੌਕ ਦਾ ਹੀ ਬੰਦੇ ਨੂੰ ਹੁੰਦਾ ਵਾ ਅਸੀਂ ਉਹਦੀਆਂ